के नासक हर गोबिंद शुभ सुमत पर कासक श्री हर राय जी नमो कर जोरी नमो कर जोरी। श्री हर कृष्ण मनावो बहोरी। गुरु तेग बहादुर साहिब जी परम कृपाला जी परम। श्री गुरु गोबिंद सिंह विशाला धरों धरा पर पुन पुन सीसा जी पुन बंदों बार बार जगदीसा। जा मैं अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुरु ग्रंथ साहिब उदद बंदों कर अनुराग। एकंकारा सतगुरु ते प्रसाद सच होए। वाहिगुरु जी की फतेह है बिघन बिनाशन सोए। जय डिठे मन तेरी है किल विख वंजन दूरे। सो क्यों विसरै माओ मैं जो रहा पर पूरे। सो क्यों विसरै माओ मैं जो रहा पर पूरे। सतनाम श्री वाहिगुरु साहिब जी। छोटा लगा दो छोटा। ठीक है यही रहने दो यही रहने दो यही रहने दो ठीक है। इत्थे ठीक है प्यार रहने दो। सतनाम श्री वाहिगुरु साहिब जी। समतांबे के तपत कराई देख पात की लिए बुलाई। परमादरणीय साहिब कमाल बारगहे इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक धन धन गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत। गुरुदेव जी की महान इनायत का सदका साढ़े सारियां दे सिर ते मेहरामतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है ये शाम अजीजुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी दे दरों निवाजे हुए गुरमुखां तो
ਸੋਦਰ ਚੌਂਕੀ ਦੇ ਗਾਇਨ ਹਰ ਕੀਰਤ ਹਮਰੀ ਰਹਿ ਰਾਸ। ਆਰਤੀ ਆਰਤਾ ਅਰਦਾਸ ਤੇ ਮਹਾਰਾਜ ਦੇ ਹੁਕਮਨਾਮੇ ਤੁਸੀਂ ਝੋਲੀ 'ਚ ਪਵਾਏ। ਕੁਝ ਸਮਾਂ ਹੋਰ ਮਹਿਮਾ ਦੇ ਮਾਲਕ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ ਦੀ ਧੁਨੀ, ਜਿਨ੍ਹਾਂ ਦੇ ਅੰਮ੍ਰਿਤ ਕੰਠ ਤੋਂ ਸੁਣਾਈ ਪਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਜੀਵਨ ਬਿਰਤਾਂਤ ਸਰਵਣ ਕਰ ਸਕੀਏ। ਪੇਸ਼ਤਰ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਨਾ ਆਪਨੇ ਸਰਵਣ ਕੀਤਾ ਕਿ ਦੀਵਾਨ ਚੰਦੂ ਨੇ ਲੋਹ ਮੰਗਵਾ ਲਈ ਤੇ ਇਤਨਾ ਗਰਮ ਕਰ ਲਈ ਕਿ ਅੱਗ ਵਾਂਗੂ ਉਹਦਾ ਰੂਪ ਹੋ ਗਿਆ। ਔਰ ਇਸ ਤਰ੍ਹਾਂ ਦੇ ਨਾਲ ਆਖਿਆ ਜਿਵੇਂ ਮੇਰਾ ਹਿਰਦਾ ਜਲਿਆ ਹੈ, ਉਸ ਤਰ੍ਹਾਂ ਤੁਹਾਡਾ ਤਨ ਜਲੇਗਾ। ਇਹ ਹੰਕਾਰ ਹੈ ਇਸ ਦਾ, ਤੇ ਸਤਿਗੁਰੂ ਜੀ ਦਾ ਨਿਰੰਕਾਰ ਸੁਭਾਅ, ਨਿਰੰਕਾਰ ਜੋਤ, ਤਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਪਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਜੇ ਜ਼ੁਲਮ ਕਰਨ ਵਾਲਾ ਚੰਦੂ ਤੇ ਜਹਾਂਗੀਰ ਵਰਗਾ ਕੋਈ ਦੂਜਾ ਦਿਖਾਈ ਨਹੀਂ ਪੈਂਦਾ, ਤੇ ਮੈਂ ਅਰਜ਼ ਕਰਾਂ ਜ਼ੁਲਮ ਖਿੜੇ ਮੱਥੇ ਸਹਿਣ ਵਾਲਾ ਗੁਰੂ ਅਰਜਨ ਦੇਵ ਜੀ ਵਰਗਾ ਵੀ ਕੋਈ ਦਿਖਾਈ ਨਹੀਂ ਪੈਂਦਾ। ਸਰਵਣ ਕਰੀਏ ਪੇਸ਼ਤਰ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਮਤਾਂਬੇ ਕੋ ਤਪਤ ਕਰਾਈ, ਤਾਂਬੇ ਦੀ ਤਰ੍ਹਾਂ ਉਹ ਜਿਹੜੀ ਲੋਹ ਸੀ ਨਾ ਉਹਦਾ ਰੰਗ ਹੋ ਗਿਆ, ਤਪ ਗਈ, ਅੱਗ ਵਾਂਗੂ ਸੁਰਖ ਹੋ ਗਈ। ਦੇਖ ਪਾਤ ਕੇ ਲਿਏ ਬੁਲਾਈ, ਔਰ ਇਸ ਪਾਪੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੁਲਾ ਲਿਆ, ਆਪਣੇ ਸਿਪਾਹੀ ਕਰਮਚਾਰੀ ਭੇਜ ਕੇ। ਹਾਂਜੀ, ਇਸ ਪਰ ਖਰੇ ਹੋ ਤਪ ਸਹੋ, ਆਖਣ ਲੱਗਾ ਇਸ ਤੇ ਖੜੇ ਹੋ ਜਾਓ ਤੇ ਆਪਣੇ ਸਰੀਰ ਤੇ ਅੱਗ ਦਾ ਸੇਕ ਸਹਾਰੋ। ਇਸ ਤਰ੍ਹਾਂ ਭਿਆਨਕ ਤੋਂ ਭਿਆਨਕ ਯਾਤਨਾਵਾਂ ਇਹ ਦੇ ਰਿਹਾ ਹੈ। ਨਾਹੇ ਤਨਾ ਤਲੈ ਵੇਚਹੁ, ਇਹਦੇ ਵਿੱਚ ਜਹਾਂਗੀਰ ਵੀ ਪੂਰਾ ਸ਼ਾਮਲ ਹੈ, ਕਿਉਂਕਿ ਕਾਨੂੰਨ ਯਾਸਾ ਦੇ ਤਹਿਤ ਉਹਨਾਂ ਨੇ ਇਸ ਢੰਗ ਨਾਲ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕਿ ਉਹ ਮੰਨਦੇ ਨੇ ਬਈ ਕਿਸੇ ਮਹਾਂਪੁਰਖ ਦਾ ਖੂਨ ਜ਼ਮੀਨ ਤੇ ਨਾ ਡੁੱਲੇ। ਸਿਧਾਂਤ ਇਹ ਬੜਾ ਸੋਹਣਾ ਸੀ ਬਈ ਕਿਸੇ ਸੰਤ ਨੂੰ, ਮਹਾਂਪੁਰਖ ਨੂੰ ਤੰਗ ਨਾ ਕੀਤਾ ਜਾਏ, ਪਰ ਮੁੱਲਾਂ ਮੁਲਾਣਿਆਂ ਨੇ, ਕੱਟੜ ਸਰਈ ਲੋਕਾਂ ਨੇ ਇਸ ਗੱਲ ਨੂੰ ਇਸ ਢੰਗ ਨਾਲ ਲੈ ਲਿਆ ਬਈ ਸਾੜ ਦਿਓ, ਫਾਹ ਲਾ ਦਿਓ, ਖੂਨ ਨਾ ਵਗੇ ਬਸ, ਤੇ ਮਾਰ ਦਿਓ, ਸੰਘਾਰ ਦਿਓ। ਇਹ ਸਾਰਾ ਜਿਹੜਾ ਸੜਦੀ ਹੋਈ ਰੇਤ ਪਾਉਣਾ, ਉਬਲਦੇ ਪਾਣੀ 'ਚ ਬਿਠਾਉਣਾ ਔਰ ਲੋਹ 'ਤੇ ਬਿਠਾਉਣਾ, ਇਹ ਸਾਰਾ ਉਸ ਕਾਨੂੰਨ ਤਹਿਤ ਜ਼ੁਲਮ ਢਾਇਆ ਜਾ ਰਿਹਾ ਹੈ। ਗੁਰੂ ਨ
ਉੱਤਰ ਦੀਨਸ ਕੋਈ। ਤੇ ਸਾਹਿਬ ਜੀ ਨੇ ਕੋਈ ਉੱਤਰ ਜਵਾਬ ਨਹੀਂ ਦਿੱਤਾ, ਚੰਦੂ ਨਾਲ ਜ਼ਬਾਨ ਸਾਂਝੀ ਨਹੀਂ ਕੀਤੀ। ਲੋਹ ਅਰੂਡਨ ਉਰ ਮਹਿ ਹੋਈ। ਔਰ ਇਸ ਤਰ੍ਹਾਂ ਦੇ ਨਾਲ ਲੋਹ ਤੇ ਬੈਠ ਜਾਣਾ, ਲੋਹ ਦੀ ਸਵਾਰੀ ਕਰਨਾ ਉਹਨਾਂ ਨੇ ਮਨ ਬਣਾ ਲਿਆ। ਆਦ ਚੰਡਾਲ ਜੇ ਕਿਨਹੁ ਨਿਹਾਰੇ। ਇਸ ਤਰ੍ਹਾਂ ਦੇ ਆਦ ਕਾਲ ਤੋਂ ਜਦ ਤੋਂ ਸੰਸਾਰ ਬਣਿਆ ਹੈ, ਜੇ ਚੰਡਾਲ ਕਿਸੇ ਨੇ ਵੇਖੇ ਹੋਣ, ਸਜ਼ਾ ਦੇਣ ਵਾਲੇ ਜਲਾਦ ਜੇ ਕਿਸੇ ਦੇਖੇ ਹੋਵਣ, ਸਭ ਹਿਨ ਹਾਹਾਕਾਰ ਉਚਾਰੇ। ਚੰਡਾਲਾਂ ਨੇ ਵੀ ਜੇ ਕਿਸੇ ਨੇ ਦੇਖਿਆ ਤੇ ਹਾਹਾਕਾਰ ਕੀਤੀ। ਇਸ ਜ਼ੁਲਮ ਦੀ ਭਿਆਨਕਤਾ ਨੂੰ ਦੇਖ ਕੇ ਇਹ ਚੰਡਾਲਨ ਤੇ ਅਤ ਪਾਪੀ। ਇਹ ਚੰਡਾਲਾਂ ਨਾਲੋਂ ਜ਼ਿਆਦਾ ਪਾਪੀ ਹੈ, ਜਲਾਦਾਂ ਨਾਲੋਂ ਵੱਡਾ ਜਲਾਦ ਹੈ ਦੀਵਾਨ ਚੰਦੂ ਜਹਾਂਗੀਰ। ਹਿਰਦੇ ਨ ਕਰੁਣਾ ਕੈਸਹੁ ਵਿਆਪੀ। ਇਹਦੇ ਹਿਰਦੇ ਵਿੱਚ ਦਇਆ ਬਿਲਕੁਲ ਨਹੀਂ ਹੈਗੀ। ਚੜੇ ਲੋਹ ਪਰ ਭੇ ਤਿਰ ਠਾਂਡੇ। ਔਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਲੋਹ ਤੇ ਵੀ ਖੜੇ ਹੋ ਗਏ ਤੇ ਬਿਲਕੁਲ ਅਡੋਲ ਖੜੇ ਰਹੇ, ਭਾਵੇਂ ਚਰਨ ਧੂੰ ਧੂੰ ਕਰਕੇ ਜਲਦੇ ਪਏ ਹਨ। ਦੇਖ ਦੇਖ ਸੀਖਣ ਦੁਖ ਬਾਡੇ। ਦੇਖ ਦੇਖ ਕੇ ਭਾਈ ਪਿਰਾਣਾ ਆਦਿਕ, ਲੰਗਾ ਆਦਿਕ ਸਿੱਖਾਂ ਦਾ ਹਿਰਦਾ ਬਹੁਤ ਦੁੱਖ ਅਨੁਭਵ ਕਰ ਰਿਹਾ ਹੈ। ਚਾਹੇ ਜਾਨ ਟਿਕ ਜਾਨੁ ਨ ਦੇਤੇ। ਔਰ ਜਾਣਾ ਚਾਹੁੰਦੇ ਨੇ ਮਹਾਰਾਜ ਜੀ ਦੇ ਕੋਲ, ਵੀ ਉਹਨਾਂ ਨੂੰ ਦੌੜ ਕੇ ਲੋਹ ਤੋਂ ਪਾਸੇ ਕਰੀਏ ਤੇ ਆਪ ਖੜੇ ਹੋ ਜਾਏ, ਪਰ ਰੱਸੀਆਂ ਨਾਲ ਬੱਝੇ ਹੋਣ ਕਰਕੇ ਔਰ ਲਾਠੀਆਂ ਨਾਲ ਇਹਨਾਂ ਨੂੰ ਕੁੱਟਦੇ ਹਨ, ਲਾਗੇ ਨਹੀਂ ਜਾਣ ਦਿੰਦੇ। ਰਸਰਨ ਬਾਂਧੇ ਡਿਡ ਕਰ ਲੇਤੇ। ਔਰ ਇਸ ਤਰ੍ਹਾਂ ਦੇ ਨਾਲ ਬੜੇ ਮਜ਼ਬੂਤੀ ਨਾਲ ਰੱਸੀਆਂ ਨਾਲ ਬੰਨੇ ਹੋਏ ਹਨ। ਅਗਨ ਵਿਪਰ ਜੈ ਸੀਲ ਕਰਿਓ ਹੈ। ਦੇਖਣ ਵਾਲੇ ਇਸ ਤਰ੍ਹਾਂ ਅਨੁਭਵ ਕਰਦੇ ਨੇ ਬਈ ਅੱਗ ਠੰਡੀ ਹੋ ਗਈ। ਮਹਾਰਾਜ ਇਸ ਤਰ੍ਹਾਂ ਅਡੋਲਤਾ ਨਾਲ ਲੋਹ ਤੇ ਬਿਰਾਜੇ ਹੋਏ ਹਨ। ਡਰਤ ਗੁਰੂ ਤੇ ਤੇਜ ਹਰਿਓ ਹੈ। ਮਾਨੋ ਸਤਿਗੁਰੂ ਜੀ ਤੋਂ ਡਰਦਿਆਂ ਹੋਇਆਂ ਅੱਗ ਨੇ ਆਪਣਾ ਸੇਕ ਖਤਮ ਕਰ ਦਿੱਤਾ। ਮੈਂ ਅਰਜ਼ ਕੀਤੀ ਸੀ ਪਹਿਲੇ ਯੁੱਗਾਂ 'ਚ ਹੋਇਆ ਵੀ ਹੈ, ਪ੍ਰਹਿਲਾਦ ਲਈ ਅੱਗ ਠੰਡੀ ਹੋ ਗਈ। ਗੰਗਾ ਨੇ ਕਬੀਰ ਜੀ ਨੂੰ ਨਹੀਂ ਡੋਬਿਆ, ਹਾਥੀ ਨੇ ਨਾਮਦੇਵ ਜੀ ਨੂੰ ਨਹੀਂ ਮਾਰਿਆ, ਗਊ ਮਰੀ ਹੋਈ ਜਿਉਂਦੀ ਹੋ ਗਈ। ਇਹ ਸਾਰੇ ਭਗਤਾਂ ਨਾਲ ਕੌਤਕ ਵਰਤੇ ਹਨ, ਪਰ ਸਤਿਗੁਰੂ ਜੀ ਸਾਰਾ ਤਨ ਤੇ ਸਹਿ ਰਹੇ ਹਨ। ਤਉ ਗੁਰੂ ਭਗਤਰ ਵਾਜਾਰੇ। ਫੇਰ ਵੀ ਮਹਾਰਾਜ ਜੀ ਦੇ ਚਰਨ ਕਮਲਾਂ ਦੀਆਂ ਤਲੀਆਂ ਲੋਹ ਨੇ ਜਲਾ ਦਿੱਤੀਆਂ ਹਨ। ਪੈਰਾਂ ਦੀਆਂ ਹੱਡੀਆਂ ਲੋਹ ਨਾਲ ਟਕਰਾ ਰਹੀਆਂ ਹਨ। ਪਾਪੀ ਬੈਠਿਓ ਸਮੁਖ ਨਿਹਾਰੇ। ਤੇ ਪਾਪੀ ਸਾਹਮਣੇ ਬੈਠਾ ਹੈ ਮੂੜਾ ਢਾ ਕੇ ਤੇ ਦੇਖਦਾ ਪਿਆ ਹੈ ਚੰਦੂ। ਹੁਣ ਕਹਿ ਕਰ ਤਰ ਅਗਨ ਜਰਾਈ। ਔਰ ਇਸ ਤਰ੍ਹਾਂ ਦੇ ਨਾਲ ਪੁਨ ਕਹਿ ਕਰ ਫਿਰ ਬਾਰ-ਬਾਰ ਕਹਿੰਦਾ ਹੋਰ ਬਾਲਣ ਪਾਓ, ਹੋਰ ਲੱਕੜਾਂ ਪਾਓ, ਹੋਰ ਅੱਗ ਬਾਲੋ। ਪੂਰਬ ਕੇ ਸਮਸਰ ਤਪਤਾਈ। ਔਰ ਪਹਿਲਾਂ ਵਾਂਗੂ ਹੀ ਇਹ ਚੰਗੀ ਤਰ੍ਹਾਂ ਅੱਗ ਦੇ ਨਾਲ ਲੋਹ ਨੂੰ ਤਪਾਇਆ ਗਿਆ ਹੈ। ਚਿਤ ਬਾਛਤ ਹੋਏ ਦੁਖ ਤੇ ਦੀਨ। ਜਿਹਦੇ ਨਾਲ ਦੁੱਖ ਮਿਲੇ ਤੇ ਇਹ ਚਾਹੁੰਦਾ ਹੈ ਕਿ ਦੀਨ ਹੋ ਜਾਣ, ਕਮਜ਼ੋਰ ਹੋ ਜਾਵਣ। ਮਾਨਹਿ ਨਾਤਾ ਡਰ ਚਿਤ ਚੀਨ। ਮੇਰਾ ਨਾਤਾ ਲੈ ਲੈਣ, ਇਹਨਾਂ ਦਾ ਮਨ ਚੰਗੀ ਤਰ੍ਹਾਂ ਭੈਭੀਤ ਹੋ ਜਾਏ ਬਈ ਇਤਨੇ ਦਿਨਾਂ ਦਾ ਤੂੰ ਲੱਗਿਆ ਹੋਇਆ, ਅਜੇ ਤੈਨੂੰ ਸਮਝ ਨਹੀਂ ਆਈ ਬਈ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਉਹ ਵੱਡੇ ਹਿਮਾਲਿਆ ਪਰਬਤ ਤੋਂ ਵੀ ਵੱਡੇ ਹੌਸਲੇ ਵਾਲੇ ਹਨ। ਉਹਨਾਂ ਨੇ ਜੋ ਕਹਿ ਦਿੱਤਾ ਉਹ ਕਹਿ ਦਿੱਤਾ ਹੈ। ਜਿਸ ਦਿਨ ਸਤਿਗੁਰ ਕਛੂ ਨਾ ਬੋਲੇ। ਉਸ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਬਚਨ ਵੀ ਨਾ ਬੋਲਿਆ। ਤਪਤ ਲੋਹ ਪਰ ਥਿਰੇ ਅਡੋਲੇ। ਤਪਦੀ ਹੋਈ ਲੋਹ ਤੇ ਅਡੋਲ ਖੜੇ ਹਨ। ਜਰਤ ਚਰਮ ਆਪਣੋ ਦਿਖ ਰਾਵੈ। ਔਰ ਇਸ ਤਰ੍ਹਾਂ ਦੇ ਨਾਲ ਚਮੜਾ ਮਹਾਰਾਜ ਜੀ ਦਾ
ਸਰੀਰ ਦਾ ਜਲਦਾ ਪਿਆ ਔਰ ਇਸ ਢੰਗ ਦੇ ਨਾਲ ਆਪਣੋਂ ਦਿਖਰਾਵੇਂ, ਮਾਨੋ ਇਹ ਸਤਿਗੁਰੂ ਪਾਤਸ਼ਾਹ ਦਿਖਾਉਂਦੇ ਪਏ ਜਗਤ ਨੂੰ ਕਿ ਕੋਈ ਬ੍ਰਹਮ ਗਿਆਨੀ ਕਿਸ ਤਰ੍ਹਾਂ ਉਹਦੀ ਰਜ਼ਾ 'ਚ ਰਹਿੰਦਿਆਂ ਦੁੱਖ ਸਹਾਰ ਸਕਦਾ ਹੈ ਤੇ ਸੀ ਵੀ ਨਹੀਂ ਕਹਿੰਦਾ। ਅਗਨ ਤਾਪ ਤੇ ਪੀਰ ਨ ਪਾਵੈ। ਇਸ ਤਰ੍ਹਾਂ ਲੱਗਦਾ ਹੈ ਬਈ ਅਗਨ ਦੇ ਸੇਕ ਨਾਲ ਕੋਈ ਪੀੜਾ ਉਹਨਾਂ ਨੂੰ ਨਹੀਂ ਹੋ ਰਹੀ। ਅਜ ਮਤ ਨਹਿ ਜਾਣਹਿ ਕਿਮ ਏਹੀ। ਇਹ ਜਿਹੜੇ ਲੋਕ ਨੇ ਇਹ ਕਰਾਮਾਤ ਨਾ ਸਮਝ ਲੈਣ ਬਈ ਮਹਾਰਾਜ ਨੇ ਕੋਈ ਕਰਾਮਾਤ ਵਿਖਾਈ ਹੈ ਇਸ ਲਈ ਤਨ ਚੋਂ ਧੂਆਂ ਨਿਕਲਦਾ ਹੋਇਆ ਦਿਖਾਈ ਪੈ ਰਿਹਾ। ਜਦ ਮਾਸ ਸੜਦਾ ਹੈ ਨਾ ਤੇ ਫਿਰ ਧੂਆਂ ਉੱਠਦਾ ਹੈ। ਇਸ ਢੰਗ ਦੇ ਨਾਲ ਪਰ ਪਰੇ ਫਲੂਹੇ ਸਗਰੇ ਦੇਹੀ। ਸਾਰੇ ਸਰੀਰ ਤੇ ਮੋਟੇ ਮੋਟੇ ਛਾਲੇ ਪੈ ਗਏ ਹਨ। ਫੇਰ ਨਹੀਂ ਪ੍ਰਤੀਤ ਉਪਾਵੈ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ, ਹੇਰ ਨਹੀਂ ਪ੍ਰਤੀਤ ਉਪਾਵੈ। ਜਗਤ ਦੇਖ ਰਿਹਾ ਹੈ ਪਰ ਚੰਦੂ ਦੇ ਮਨ ਵਿੱਚ ਕੋਈ ਭਰੋਸਾ ਨਹੀਂ ਬਣ ਰਿਹਾ। ਜਾਂ ਤੇ ਆਪਣੋ ਦੁੱਖ ਦਿਖਰਾਵੈ। ਇਹ ਸੰਸਾਰ ਇਹ ਨਾ ਸਮਝ ਲਏ ਬਈ ਕਰਾਮਾਤ ਕਰਦੇ ਪਏ ਹਨ, ਇਸ ਲਈ ਆਪਣੇ ਤਨ ਤੇ ਦੁੱਖ ਦਾ ਜਿਹੜਾ ਹੈ ਉਹ ਸਹਿੰਦੇ ਹੋਏ ਦਾ ਨਜ਼ਾਰਾ ਦਿਖਾ ਰਹੇ ਹਨ। ਰਹੇ ਜਾਮ ਲਗ ਠਾਂਡੇ ਉਪਰ। ਇੱਕ ਪੈਰ ਲਗਾਤਾਰ 3 ਘੰਟੇ ਦਾ ਸਮਾਂ ਬਣਦਾ ਹੈ। ਅਸੀਂ ਆਮ ਦੇਖੀਏ ਤਾਂ ਵੱਧ ਤੋਂ ਵੱਧ 2.5 ਘੰਟੇ ਅਖੰਡ ਪਾਠੀ ਸਿੰਘ ਦੀ ਰੌਲ ਹੁੰਦੀ ਹੈ ਤੇ 2.5 ਘੰਟੇ ਅੱਜ ਕੱਲ੍ਹ ਤੇ ਬਹੁਤ 2 ਘੰਟੇ ਹੁੰਦੀ। ਇਤਨਾ ਸਮਾਂ ਬੈਠਣਾ ਕਈ ਦਫਾ ਔਖਾ ਹੋ ਜਾਂਦਾ, ਬੰਦਾ ਕਾਹਲਾ ਪੈਂਦਾ। 1 ਘੰਟੇ ਦਾ ਪੀਰੀਅਡ ਹੁੰਦਾ, ਵਿਦਿਆਰਥੀ ਕਾਹਲੇ ਪੈ ਜਾਂਦੇ। ਹਾਲਾਂਕਿ ਸਾਰੀਆਂ ਸੁਵਿਧਾਵਾਂ ਨੇ, ਯੂਨੀਵਰਸਿਟੀਆਂ ਨੇ, ਕਾਲਜ ਨੇ, ਏਸੀ ਕਮਰੇ ਨੇ, ਸਰਦੀਆਂ ਦੇ ਦਿਨਾਂ ਵਿੱਚ ਹੀਟਰ ਆਦਿਕ ਚੱਲਦੇ ਨੇ, ਸਰੀਰ ਨੂੰ ਸੁੱਖ ਦੇਣ ਦੇ ਸਾਰੇ ਮੌਜੂਦ ਨੇ ਸਾਧਨ, ਪਰ 3 ਘੰਟੇ ਲਗਾਤਾਰ ਇੱਕ ਪਹਿਰ ਸੜਦੀ ਹੋਈ ਲੋਹ ਤੇ ਖੜੇ ਰਹਿਣਾ ਜਾਂ ਬੈਠੇ ਰਹਿਣਾ, ਇਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਹੇ ਗੁਰੂ ਅਰਜਨ ਦੇਵ ਮਹਾਰਾਜ, ਇਹ ਤੁਸਾਂ ਹੀ ਆਪਣੇ ਤਨ ਤੇ ਹੰਡਾਇਆ ਹੈ। ਹੁਣ ਉਤਰਾਏ ਥਿਰ ਗੁਰ ਭੂਪਰ। ਇਸ ਤਰ੍ਹਾਂ ਦੇ ਨਾਲ 3 ਘੰਟੇ ਲਗਾਤਾਰ ਇੱਕ ਪਹਿਰ ਲੋਹ ਤੇ ਬਿਠਾ ਕੇ ਖੜੇ ਕਰਕੇ ਫਿਰ ਉਤਰਵਾਏ ਹਨ। ਪਚਿਉ ਦੇ ਬਹੁ ਚਿਤ ਹੈ ਉਪਾਇਆ। ਔਰ ਇਸ ਤਰ੍ਹਾਂ ਪਚਿਉ ਹਿਰਦੈ ਬਹੁ ਚਿਤੈ ਉਪਾਇਆ। ਬੜਾ ਪਰੇਸ਼ਾਨ ਹੈ ਹਿਰਦੇ ਵਿੱਚ ਤੇ ਕਈ ਤਰ੍ਹਾਂ ਦੇ ਉਪਾਅ ਸੋਚ ਰਿਹਾ ਹੈ। ਬੋਲਿਓ ਨਹੀਂ ਤਰਾਸ ਨਹਿ ਪਾਇਆ। ਤੇ ਹੈਰਾਨ ਵੀ ਹੁੰਦਾ ਵੀ ਨਾ ਬੋਲ ਰਹੇ ਨੇ ਨਾ ਡਰ ਰਹੇ ਹਨ। ਹੁਣ ਜਤਨ ਕਰ ਇਸੇ ਮਨਾਵੋ। ਹੁਣ ਕਿਹੜਾ ਯਤਨ ਹੈ ਜਿਹੜਾ ਮੈਂ ਇਹਨਾਂ ਨੂੰ ਮਨਾਵਾਂ ਆਪਣਾ ਨਾਤਾ ਲੈਣ ਲਈ। ਕੋ ਸੰਕਟ ਐਸੇ ਦਿਖਰਾਵੋ। ਹੁਣ ਕਿਹੜਾ ਸੰਕਟ ਬਚ ਗਿਆ ਹੈ ਜਿਹੜਾ ਮੈਂ ਇਹਨਾਂ ਨੂੰ ਦਿਖਾਵਾਂ। ਇਹਦਾ ਮਤਲਬ ਜਲਾਦ ਵੀ ਥੱਕ ਗਿਆ ਵੀ ਹੁਣ ਕਿਹੜੀ ਸਜ਼ਾ ਦੇਵਾਂ। ਹੁਣ ਤਾਂ ਸਾਰੀਆਂ ਸਜ਼ਾਵਾਂ ਹੀ ਲੋਹ ਤੇ ਵੀ ਬਿਠਾ ਦਿੱਤਾ, ਪੁੱਜਦੀ ਹੋਈ ਲੰਬ ਨਿਕਲਦੀ ਹੋਈ ਰੇਤ ਵੀ ਪਾ ਦਿੱਤੀ, ਦੇਗ ਵਿੱਚ ਵੀ ਉਬਾਲ ਦਿੱਤਾ ਹੈ। ਇਸ ਤੋਂ ਉੱਤੇ ਹੁਣ ਕਿਹੜੀ ਸਜ਼ਾ ਬਚੀ ਹੈ। ਜਿਸ ਤੇ ਅਧਿਕ ਤਰਾਸੀ ਕੋ ਪਾਏ। ਕਿਹੜੀ ਹੁਣ ਸਜ਼ਾ ਹੈ ਕਿ ਬਹੁਤ ਜ਼ਿਆਦਾ ਡਰ ਜਾਏ। ਬੋਲਹਿ ਤਤ ਛਿਨ ਮੋਨ ਹਟਾਏ। ਤੇ ਖਾਮੋਸ਼ੀ ਛੱਡ ਕੇ ਤੇ ਝਟਪਟ ਤੜਪ ਕੇ ਬੋਲਣ ਲੱਗ ਪੈਣ। ਇਹ ਬੜ ਧਰਮੀ ਧਰਮ ਸੰਭਾਰੈ। ਫਿਰ ਮਨ ਵਿੱਚ ਸੋਚਿਆ ਬਈ ਵੱਡੇ ਧਰਮੀ ਨੇ ਤੇ ਧਰਮ ਨੂੰ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਪ੍ਰਾਣ ਜਾਤ ਲੋ ਨਹੀਂ ਨਿਵਾਰੈ। ਤੇ ਪ੍ਰਾਣਾਂ ਦੇ ਜਾਣ ਤੱਕ ਇਹਨਾਂ ਨੇ ਧਰਮ ਨਹੀਂ ਤਿਆਗਣਾ, ਨਿਯਮ ਨਹੀਂ ਤਿਆਗਣਾ ਆਪਣਾ। ਜਾਂ ਤੇ ਧਰਮ ਹਰਨ ਕੋ ਤਰਾਸਾ। ਹੁਣ ਮੈਂ ਇਹਨਾਂ ਨੂੰ ਧਰਮ ਜਾਣ ਦਾ ਤਰਾਸ ਦਿੰਦਾ, ਭਾਵ ਇਹਨਾਂ ਨੂੰ ਅਧਰਮ ਦੇ ਵੱਲ ਉਹ ਕਰਮ ਕਰਦਾ ਜਿਸ ਨੂੰ ਇਹ ਅਧਰਮ ਸਮਝਦੇ ਹਨ। ਦਿਖਰਾਵੋ
ਪੁਨ ਪੂਰਵੋਂ ਆਸਾ। ਉਹ ਮੈਂ ਇਹਨਾਂ ਦੇ ਸਾਹਮਣੇ ਲਿਆਉਣਾ ਤੇ ਫਿਰ ਮੇਰੀ ਆਸ ਪੂਰੀ ਹੋ ਜਾਏਗੀ, ਇਹ ਰਿਸ਼ਤੇ ਲਈ ਤਿਆਰ ਹੋ ਜਾਣਗੇ। ਹਿਮ ਨਿਸਚੇ ਕਰ ਮੂਰਖ ਮਾਨੀ। ਇਸ ਤਰ੍ਹਾਂ ਮੂਰਖ ਨੇ ਆਪਣੇ ਮਨ ਵਿੱਚ ਗੱਲ ਮੰਨ ਲਈ। ਕਹੀ ਸਿਪਾਹਨ ਕੇ ਸੰਗ ਤੇ ਬਾਨੀ। ਸਿਪਾਹੀਆਂ ਨੂੰ ਇਸ ਤਰ੍ਹਾਂ ਇਸਨੇ ਆਖਣਾ ਕੀਤਾ। ਇੱਕ ਚੱਲ ਜਾਹੋ ਚੰਡਾਲਣ ਪਾਸ। ਆਖਿਆ ਜਾਓ ਬੁੱਚੜਖਾਨਿਆਂ ਵਿੱਚ ਜਾਓ। ਆਜ ਭਾਈ ਕੋ ਗਊ ਬਿਨਾਸ। ਅੱਜ ਜਿਹੜੀ ਬੁੱਚੜਾਂ ਨੇ ਗਊ ਮਾਰੀ ਹੋਵੇ ਉਹਦਾ ਜਿਹੜਾ ਗਿੱਲਾ ਗਿੱਲਾ ਚਮੜਾ ਹੋਵੇ ਇਸ ਕੋ ਚਰਮ ਉਤਾਰਤ ਲਿਆਵੋ। ਤੇ ਲੈਂਦਿਆਂ ਸਾਰ ਉਹ ਚਮੜਾ ਜਿਹੜਾ ਨਾ ਉਹ ਇੱਥੇ ਲਿਆਵੋ ਗਊ ਦਾ। ਸਭ ਸਰੀਰ ਇਸ ਕੋ ਮਡਵਾਵੋ। ਤੇ ਸਾਰਾ ਸਰੀਰ ਇਹਨਾਂ ਦਾ ਚਮੜੇ ਵਿੱਚ ਸਿਲਾਈ ਕਰ ਦਿਓ। ਉਹ ਵੀ ਇੱਕ ਬੜੀ ਭਿਆਨਕ ਸਜ਼ਾ ਹੁੰਦੀ ਹੈ। ਇਸ ਤਰ੍ਹਾਂ ਚਮੜੇ ਵਿੱਚ ਜਿਹਨੂੰ ਮੜ ਦਿੱਤਾ ਜਾਏ, ਉਹ ਚਮੜਾ ਹੌਲੀ ਹੌਲੀ ਸੁੱਕਦਾ ਹੈ ਤੇ ਮਨੁੱਖ ਤੜਪ ਤੜਪ ਕੇ ਕੁਰਲਾਉਂਦਾ ਹੋਇਆ ਪੀੜਾ ਦੇ ਸਾਗਰਾਂ ਦੇ ਸਾਗਰ ਉਸ ਨੂੰ ਸਹਿਣੇ ਪੈਂਦੇ ਨੇ ਤੇ ਇਸ ਤਰ੍ਹਾਂ ਉਹਦੇ ਪ੍ਰਾਣ ਨਿਕਲ ਜਾਂਦੇ ਹਨ। ਔਰ ਇਸ ਨੇ ਕਿਹਾ ਨਾਲੇ ਸਰੀਰ ਦੇ ਪ੍ਰਾਣ ਨਿਕਲਣਗੇ ਤੇ ਨਾਲੇ ਚੁੱਕੇ ਇਹ ਅਧਰਮ ਇਸ ਨੂੰ ਮੰਨਦੇ ਹਨ। ਸਤਿਗੁਰ ਸਰੋਨ ਸੁਨਾਏ ਬਖਾਨਾ। ਮਹਾਰਾਜ ਜੀ ਸੁਣ ਰਹੇ ਨੇ, ਇਸ ਨੇ ਆਖਣਾ ਕੀਤਾ। ਹੋਰ ਹੋਤ ਲਿਆਵੋ ਇਸ ਥਾਨਾ। ਆਖਣ ਲੱਗਾ ਸਵੇਰਾ ਹੁੰਦਿਆਂ ਹੀ ਇਹਨਾਂ ਨੂੰ ਇੱਥੇ ਮੁੜ ਕੇ ਲਿਆਓ ਤੇ ਗਊ ਦੇ ਚਮੜੇ ਵਿੱਚ ਮੜ ਦੇਵਾਂਗੇ। ਬੈਠ ਨਿਕਟ ਦੁਖ ਦਿਓ ਮਹਾਨੋ। ਮੈਂ ਕੋਲ ਬੈਠ ਕੇ ਵੱਡੇ ਤੋਂ ਵੱਡਾ ਦੁੱਖ ਦੇਵਾਂਗਾ। ਧਰਮ ਵਿਗਾਰ ਪ੍ਰਾਨ ਪੁਨਹਾਨੋ। ਇਹਨਾਂ ਨੂੰ ਅਧਰਮੀ ਕਰਕੇ ਭਾਵ ਗਊ ਦੇ ਚਮੜੇ 'ਚ ਮੜ ਕੇ ਸਤਿਗੁਰੂ ਤੇ ਇਹਨਾਂ ਕਰਮਾਂ ਤੋਂ ਉੱਪਰ ਨੇ। ਉਹ ਤਾਂ ਐਸੀ ਮਹਾਨ ਅਵਸਥਾ ਵਿੱਚ ਹਨ ਜਿੱਥੇ ਇਹਨਾਂ ਕਰਮਾਂ ਦਾ ਕੋਈ ਲੇਸ ਨਹੀਂ ਪਹੁੰਚਦਾ। ਪਰ ਇਸਨੇ ਐਸਾ ਸੋਚਿਆ ਹੈ। ਹਿਮ ਕਹਿ ਮੂਰਖ ਸਦਨ ਸਿਧਾਰਾ। ਇਸ ਤਰ੍ਹਾਂ ਕਹਿ ਕੇ ਮੂਰਖ ਆਪਣੇ ਘਰ ਜਾ ਪਹੁੰਚਿਆ। ਕ੍ਰੋਧੀ ਕਪਟੀ ਵੱਡ ਹਥਿਆਰਾ। ਨਾ ਇਹਦੇ ਵਰਗਾ ਕੋਈ ਕ੍ਰੋਧੀ ਹੈ, ਨਾ ਇਹਦੇ ਵਰਗਾ ਕੋਈ ਛਲੀਆ ਕਪਟੀ ਹੈ, ਤੇ ਨਾ ਇਹਦੇ ਵਰਗਾ ਕੋਈ ਹਥਿਆਰਾ ਕਾਤਲ ਹੀ ਹੈਗਾ। ਜਿਹੋ ਜਿਹਾ ਦੀਵਾਨ ਚੰਦੂ ਹੈ। ਸੋ ਦਿਨ ਗਇਓ ਬੀਤ ਨਿਸ ਆਈ। ਔਰ ਇਸ ਤਰ੍ਹਾਂ ਦੇ ਨਾਲ ਦਿਨ ਲੰਘ ਗਿਆ ਤੇ ਰਾਤ ਆ ਗਈ। ਛਾਇਓ ਸਭ ਜਗ ਤੁਮ ਤਮ ਸਮੁਦਾਈ। ਔਰ ਇਸ ਤਰ੍ਹਾਂ ਦੇ ਨਾਲ ਚਾਰੋਂ ਪਾਸੇ ਹਨੇਰਾ ਜਿਹੜਾ ਸੀ ਉਹ ਛਾ ਗਿਆ। ਗੁਰ ਕਹਿ ਹਮਰੇ ਚਾਹ ਨ ਕੋਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਿੱਖਾਂ ਨੂੰ ਕਹਿ ਰਹੇ, ਸਾਡੇ ਹਿਰਦੇ ਵਿੱਚ ਕੋਈ ਚਾਹਤ ਨਹੀਂ ਸੰਸਾਰ ਆਦਿਕ ਦੀ, ਜੀਵਨ ਦੀ। ਜਾਹੋ ਅਬੈ ਕਰ ਚਿਤਰ ਚ ਜੋਈ। ਔਰ ਇਸ ਤਰ੍ਹਾਂ ਦੇ ਨਾਲ ਜਾਹੋ ਅਬੈ ਕਰ ਚਿਤ ਰੁਚ ਜੋਈ। ਸਾਡੇ ਮਨ ਵਿੱਚ ਕੋਈ ਤਰ੍ਹਾਂ ਦੀ ਚਾਹਤ ਨਹੀਂ ਹੈ, ਨਾ ਜਿਉਣ ਦੀ, ਨਾ ਖਾਣ ਦੀ, ਨਾ ਪੀਣ ਦੀ, ਨਾ ਆਰਾਮ ਕਰਨ। ਤੇ ਜੋ ਮਨ ਵਿੱਚ ਹੈਗਾ ਹੈ ਇਹ ਸਾਡੇ ਨਾਲ ਦੀਵਾਨ ਚੰਦੂ ਕਰ ਲਵੇ। ਸੁਨ ਗਮਨੀ ਮਿਰਤੂ ਨਿਸਚੈ ਕਰਕੇ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਹੈ ਭਾਈ ਸਾਹਿਬ ਨੇ, ਸੁਨ ਗਮਨੀ ਮ੍ਰਿਤਿਉ ਨਿਸ਼ਚੈ ਕਰਕੇ। ਜਿਹੜੀ ਦੀਵਾਨ ਚੰਦੂ ਦੀ ਨੂੰਹ ਹੈ ਉਸ ਦਾ ਜ਼ਿਕਰ ਹੈ। ਹਾਂਜੀ, ਬਿਤੀ ਵਿਭਾਵਰ ਭਈ ਪ੍ਰਭਾਤੀ। ਇਸ ਤਰ੍ਹਾਂ ਰਾਤ ਲੰਘ ਗਈ ਤੇ ਪ੍ਰਭਾਤ ਆਓ ਆਈ। ਬੈਠੇ ਰਹੇ ਗੁਰੂ ਤਿਸ ਭਾਂਤੀ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਉਸੇ ਤਰ੍ਹਾਂ ਹੀ ਬੈਠੇ ਰਹੇ ਹਨ। ਸਗਰੇ ਨਗਰ ਪਰਿਓ ਬੜ ਰੋਰਾ। ਨਗਰ ਵਿੱਚ ਬਹੁਤ ਵੱਡਾ ਬਾਹਰ ਰੌਲਾ ਪਿਆ ਹੋਇਆ ਹੈ। ਘਰ ਘਰ ਦਰ ਦਰ ਠੋਰਾ ਠੋਰਾ। ਹਰ ਘਰ ਹਰ ਦਰ ਤੇ ਹਰ ਥਾਂ ਰੌਲਾ ਹੀ ਰੌਲਾ ਹੈ। ਦੋਹਰਾ ਉਠੇ ਉਪਰਾਤ ਚੰਦੂ ਦੁਸ਼ਟ ਚਿਤਵਤ ਚਿਤ ਗੁਰ ਬਾਤ। ਇਸ ਤਰ੍ਹਾਂ ਦੁਸ਼ਟ ਚੰਦੂ ਸਵੇਰੇ ਫਿਰ ਜਾਗਿਆ ਤੇ ਆਪਣੀਆਂ ਦੁਸ਼ਟਤਾਈਆਂ ਚਿਤਵ ਰਿਹਾ ਹੈ। ਆਜੀ ਮਨਾਵੋ ਜਿਮ ਚਾਹੋ ਨਾਹੇ ਤ ਕਰਹੁ ਘਾਤ। ਸੋਚਦਾ ਹੁਣ ਅੱਜ ਜੋ ਮੈਂ ਚਾਹੁੰਦਾ ਹਾਂ ਮਨਾ ਲਵਾਂਗਾ, ਨਹੀਂ ਤੇ ਅੱਜ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਅੱਜ ਮੈਂ ਖਤਮ ਕਰ ਦੇਵਾਂਗਾ। ਚੋਪਈ
ਅਤ ਪ੍ਰੇ ਧਰਮ ਹਿਰਦੇ ਜਿਸ ਕੇਰੇ। ਹੁਣ ਤੱਕ ਉਹਨਾਂ ਦੇ ਹਿਰਦੇ ਵਿੱਚ ਬੜਾ ਧਰਮ ਉਹਨਾਂ ਦਾ ਪਿਆਰਾ ਹੈ, ਕਹਿੰਦੇ ਹਨ ਤਿਸ ਖੋਬਨ ਹਿਤ ਤਰਾਸ ਕਨੇਰੇ। ਜਿਸ ਨੂੰ ਗੁਆਉਣ ਵਾਸਤੇ ਮੈਂ ਬੜੇ ਡਰ ਦਿੱਤੇ ਹਨ। ਕਰੋ ਆਜ ਬਿਦ ਸੁਤਾ ਸੁਗਾਈ। ਔਰ ਇਸ ਤਰ੍ਹਾਂ ਦੇ ਨਾਲ ਅੱਜ ਮੈਂ ਕਰੂੰ ਆਜ ਬਿਦ ਸੁਤਾ ਸੁਗਾਈ, ਜਾਂ ਤੇ ਆਪਣੀ ਬੱਚੀ ਦੀ ਸਗਾਈ ਕਰਾਂਗਾ। ਦੇਖੋ ਕਿੱਥੇ ਖੜਾ ਹੈ, ਉਹ ਮੰਨਦੇ ਹੀ ਨਹੀਂ ਪਏ, ਪਰ ਇਹ ਹਾਲੇ ਵੀ ਸੋਚਦਾ ਹੈ ਕਿ ਜਾਂ ਤੇ ਮੈਂ ਅੱਜ ਆਪਣੀ ਬੱਚੀ ਦੀ ਸਗਾਈ ਉਹਨਾਂ ਦੇ ਬੱਚੇ ਨਾਲ ਕਰ ਦੇਵਾਂਗਾ, ਕਹਿ ਗੋ ਚਰਮ ਦਿਓ ਮੜਵਾਈ। ਤੇ ਜਾਂ ਫਿਰ ਗਊ ਦੇ ਕੱਚੇ ਚਮੜੇ ਵਿੱਚ ਉਹਨਾਂ ਨੂੰ ਮੜਵਾ ਦੇਵਾਂਗਾ। ਭਾਵ ਇਸ ਤਰ੍ਹਾਂ ਭਿਆਨਕ ਸਜ਼ਾ ਦੇਵਾਂਗਾ ਤੇ ਮੌਤ ਹੋ ਜਾਏਗੀ। ਹਿਮ ਚਿਤਵਤ ਪਹੁੰਚਿਓ ਤਹ ਆਈ। ਇਸ ਤਰ੍ਹਾਂ ਦਿਲ ਵਿੱਚ ਕੂੜਾ ਚਿਤਵਦਿਆਂ ਹੋਇਆਂ ਇਹ ਪਹੁੰਚ ਗਿਆ ਉੱਥੇ ਜਿੱਥੇ ਮਹਾਰਾਜ ਨੂੰ ਸਜ਼ਾਵਾਂ ਦੇ ਰਹੇ ਹਨ। ਬੈਠਿਓ ਦੁਸ਼ਟ ਕ੍ਰੋਧ ਉਪਜਾਈ। ਤੇ ਮਹਾ ਕ੍ਰੋਧ ਨਾਲ ਭਰਿਆ ਹੋਇਆ ਦੁਸ਼ਟ ਸਾਹਮਣੇ ਦੂਰ ਮੂੜਾ ਢਾ ਕੇ ਬੈਠਾ ਹੋਇਆ ਹੈ। ਨਿਕਟ ਗੁਰੂ ਕੇ ਬਾਗ ਬਖਾਨਾ। ਔਰ ਮਹਾਰਾਜ ਜੀ ਦੇ ਕੋਲ ਨੇ ਗੱਲ ਆਖੀ ਹੈ, ਆਪ ਲੋ ਨਾਤਾ ਲਿਹੁ ਮਨ ਮਾਨਾ। ਆਖਿਆ ਹੁਣ ਤੁਸੀਂ ਰਿਸ਼ਤਾ ਲੈ ਲਓ ਮੇਰਾ, ਹੁਣ ਤੁਸੀਂ ਦੇਖ ਲਿਆ ਮੈਂ ਕੀ ਕਰ ਰਿਹਾ ਹਾਂ। ਸਕਲ ਮੁਲਕ ਮਾਲਕ ਅਬ ਸਾਹੂ। ਇਹ ਮੂਰਖ ਇਹ ਨਹੀਂ ਸੋਚਦਾ ਬਈ ਜਿਨ੍ਹਾਂ ਆਪਣੇ ਸਿੱਖਾਂ ਦੇ ਆਖੇ ਨਾ ਕਰ ਦਿੱਤੀ, ਐਨੇ ਦਿਨਾਂ ਤੋਂ ਜ਼ੁਲਮ ਸਹਿ ਰਹੇ ਨੇ, ਮੇਰੇ ਨਾਲ ਸਹਿਮਤ ਨਹੀਂ ਹੋ ਰਹੇ, ਤੇ ਅੱਜ ਕਿੱਥੋਂ ਮੰਨ ਜਾਣਗੇ। ਪਰ ਨਾਲ ਡਰ ਵੀ ਦੇ ਰਿਹਾ, ਲਾਲਚ ਵੀ ਦੇ ਰਿਹਾ ਵੀ ਸਾਰੇ ਮੁਲਕ ਦਾ ਮਾਲਕ ਬਾਦਸ਼ਾਹ, ਤਿਸ ਦੀਵਾਨ ਮੈਂ ਬੈਠਤ ਪਾਹੂ। ਮੈਂ ਉਹਦਾ ਦੀਵਾਨ ਹਾਂ ਤੇ ਉਹਦੇ ਦਰਬਾਰੇ ਖਾਸ ਵਿੱਚ ਮੇਰੀ ਪਹੁੰਚ ਹੈ, ਮੈਂ ਬੈਠਦਾ ਹਾਂ। ਜਹ ਲਗ ਰਾਜ ਤੁਰਕ ਪਤ ਕੇਰਾ। ਤੇ ਜਿੱਥੋਂ ਤੱਕ ਦੁਨੀਆ ਵਿੱਚ ਜਹਾਂਗੀਰ ਦਾ ਰਾਜ ਹੈ, ਤਹ ਲਗ ਹੁਕਮ ਚਲਤ ਹੈ ਮੇਰਾ। ਉਹ ਸਾਰੇ ਰਾਜ ਤੱਕ ਮੇਰਾ ਹੁਕਮ ਚੱਲਦਾ ਹੈ। ਭਾਵ ਮੈਂ ਜੋ ਆਖਾਂ ਉਹ ਜਹਾਂਗੀਰ ਕਰਦਾ ਹੈ। ਤਰਾਸ ਨ ਤਨਕ ਸੁਮਨ ਮਹਿ ਜਾਨਾ। ਔਰ ਇਸ ਤਰ੍ਹਾਂ ਤੁਸੀਂ ਮੇਰਾ ਜਰਾ ਵੀ ਡਰ ਮਨ ਵਿੱਚ ਨਹੀਂ ਸਮਝਿਆ। ਕਰੋ ਅਨਾਦਰ ਰੰਕ ਸਮਾਨਾ। ਤੇ ਮੇਰਾ ਅਨਾਦਰ ਇੱਕ ਆਮ ਗਰੀਬ ਵਾਂਗੂ ਤੁਸੀਂ ਕਰ ਦਿੱਤਾ। ਅਸਲ ਮਹਾਰਾਜ ਤਾਂ ਕਿਸੇ ਗਰੀਬ ਦਾ ਵੀ ਅਨਾਦਰ ਨਹੀਂ ਕਰਦੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਅਨਾਦਰ ਇਸਨੇ ਆਪ ਹੀ ਕੀਤਾ ਹੈ, ਜੋ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਸੋ ਫਲ ਅਬਲੇ ਬਹੁ ਦੁਖ ਘਨੇ। ਆਖਣ ਲੱਗਾ ਫਿਰ ਜੋ ਮੇਰਾ ਜਿਹੜਾ ਅਨਾਦਰ ਕੀਤਾ ਹੈ ਉਹਦੇ ਦੁੱਖ ਤੁਹਾਨੂੰ ਵੱਡੇ ਵੱਡੇ ਮਿਲ ਰਹੇ ਨੇ ਤੇ ਹੋਰ ਜ਼ਿਆਦਾ ਮਿਲਣਗੇ। ਬਿਨਾ ਧਰਮ ਕਰ ਅਬਦਿਉ ਹਨੇ। ਤੇ ਮੈਂ ਤੁਹਾਡਾ ਧਰਮ ਭ੍ਰਸ਼ਟ ਕਰਕੇ ਤੁਹਾਨੂੰ ਮਾਰ ਦੇਵਾਂਗਾ। ਤੇਨ ਚਰਮ ਕੋ ਲੈ ਕਰ ਗੀਲਾ। ਗਿੱਲਾ ਗਿੱਲਾ ਕੱਚਾ ਗਊ ਦਾ ਚਮੜਾ ਲੈ ਕਰਕੇ ਲਪਟਾ ਵਹਿ ਜੇ ਤਕ ਤੁਵ ਢੀਲਾ। ਤੁਹਾਡਾ ਸਾਰਾ ਸਰੀਰ ਉਹਦੇ ਵਿੱਚ ਲਪੇਟ ਕੇ ਸਿਲਾਈ ਕਰ ਦੇਵਾਂਗਾ। ਹੁਣ ਆ ਤਪ ਮਹਿ ਦਿਉ ਬਿਠਾਏ। ਤੇ ਫਿਰ ਬਾਹਰ ਧੁੱਪ ਵਿੱਚ ਸੁੱਟ ਦੇਵਾਂਗਾ ਤੁਹਾਨੂੰ ਸੁੱਕਣ ਵਾਸਤੇ। ਸੁਸ ਕਹਿ ਪ੍ਰਾਨ ਤੋਹੇ ਬਿਨਸਾਏ। ਜਿਉਂ ਜਿਉਂ ਚਮੜਾ ਸੁੱਕੇਗਾ ਤਿਉਂ ਤਿਉਂ ਤੁਹਾਡਾ ਜੀਵਨ ਮੁੱਕੇਗਾ, ਤੁਹਾਡੇ ਪ੍ਰਾਣ ਮੁੱਕ ਜਾਣਗੇ। ਹਾਂਜੀ। ਪੁਨਹ ਹਟੋ ਮੈਂ ਆਪਨ ਸਿਪਾਹੀ। ਤੇ ਫਿਰ ਮੈਂ ਆਪਣੇ ਸਿਪਾਹੀਆਂ ਨੂੰ ਭੇਜਾਂਗਾ। ਘਰ ਕੋ ਲੂਟ ਲਹੇ ਤਨ ਪਾਹੀ। ਤੇ ਜਿੰਨਾ ਤੁਹਾਡਾ ਘਰ ਹੈ ਧਨ ਹੈ ਤੁਹਾਡੇ ਬੱਚੇ ਨੂੰ ਪਕੜ ਲਵਾਂਗਾ, ਸਾਰਾ ਘਰ-ਬਾਰ ਜ਼ਬਤ ਕਰ ਲਵਾਂਗਾ। ਹਾਂਜੀ। ਗਹਿ ਲੈ ਵਹਿ ਤਬ ਨੰਦਨ ਤੇਰਾ। ਤੇ ਤੁਹਾਡਾ ਸਾਹਿਬਜ਼ਾਦਾ ਜਿਸ ਦਾ ਰਿਸ਼ਤਾ ਤੁਸੀਂ ਪਰਵਾਨ ਨਹੀਂ ਕੀਤਾ, ਉਹਨੂੰ ਵੀ ਪਕੜ ਕੇ ਇਸੇ ਤਰ੍ਹਾਂ ਤਸੀਹੇ ਦੇਵਾਂਗਾ। ਇਸੀ ਰੀਤ ਕੇ ਕਸ਼ਟ ਬਡੇਰਾ। ਬਲਕਿ ਇਸੇ ਤਰ੍ਹਾਂ ਦੇ ਤੇ ਇਸ ਨਾਲੋਂ ਹੋਰ ਵੱਡੇ ਕਸ਼ਟ ਤੁਹਾਡੇ ਸਾਹਿਬਜ਼ਾਦੇ ਨੂੰ ਦੇਵਾਂਗਾ। ਕਰੋ ਘਾਤ ਨਹ ਜੀਵਤ ਛੋਰੈ। ਮੈਂ ਕੋਈ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਜਿਉਂਦਾ ਨਹੀਂ ਛੱਡਾਂਗਾ।
ਸਾਰਿਆਂ ਦਾ ਘਾਤ ਕਰ ਦੇਵਾਂਗਾ। ਬਿਨਾ ਬਾਂਸੀ ਕਰਹੁ ਦੁਖ ਘੋਰੈ, ਬਿਨਾ ਬੰਸ ਤੋਂ ਤੁਹਾਨੂੰ ਕਰ ਦੇਵਾਂਗਾ, ਵੰਸ਼ ਖਤਮ ਕਰ ਦੇਵਾਂ, ਤੁਹਾਡਾ ਨਾਮ ਲੈਣ ਵਾਲਾ ਕੋਈ ਨਹੀਂ ਰਵੇ। ਕੌਣ ਦੱਸੇ ਹੰਕਾਰੀ ਚੰਦੂ? ਅੱਜ ਕਿੱਥੇ ਹੈ ਚੰਦੂ ਦਾ ਖਾਨਦਾਨ ਦੱਸੋ, ਕਿੱਥੇ ਜਹਾਂਗੀਰ ਦਾ ਸਿੰਘਾਸਣ ਦੱਸੋ? ਕੋਈ ਨਾਮ ਲੈਣ ਵਾਲਾ ਨਹੀਂ ਹੈ। ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹਰ ਘਰ ਵਿੱਚ, ਹਰ ਹਿਰਦਾ ਇਸ ਵੇਲੇ ਕਰੋੜ ਕਰੋੜ ਨਮਸਕਾਰ ਕਰ ਰਿਹਾ। ਉਹਨਾਂ ਦੇ ਲੰਗਰ ਚੱਲ ਰਹੇ ਹਨ, ਦੁਖੀਆਂ ਲੋੜਵੰਦਾਂ ਤੱਕ ਪਹੁੰਚਾਏ ਜਾ ਰਹੇ। ਉਹਨਾਂ ਦੇ ਡੰਕੇ ਵੱਜ ਰਹੇ ਨੇ, ਨਗਾਰੇ ਵੱਜ ਰਹੇ ਨੇ ਤੇ ਜੈਕਾਰੇ ਗੱਜ ਰਹੇ ਨੇ। ਪਰ ਕਿੱਥੇ ਹੈਗਾ ਇਹ ਦੀਵਾਨ ਚੰਦੂ? ਕਿੱਥੇ ਹੈ ਜਹਾਂਗੀਰ? ਕਿੱਥੇ ਹੈ ਸ਼ੇਖ ਅਹਿਮਦ ਸਰਹੰਦੀ ਆਦਿਕ? ਨਾਹਿ ਤਨਾ ਤਾ ਮਾਨੋ ਆਜ, ਆਖਣ ਲੱਗਾ ਜੇ ਆਪਣਾ ਖਾਨਦਾਨ ਬਚਾਉਣਾ ਹੈ ਤੇ ਮੇਰਾ ਰਿਸ਼ਤਾ ਹੁਣ ਵੀ ਸਮਾਂ ਹੈ, ਮੰਨ ਲਵੋ। ਬਚੈ ਪ੍ਰਾਨ ਸਭ ਸੁਧਰਹਿ ਕਾਜ, ਤੁਹਾਡੇ ਪ੍ਰਾਣ ਵੀ ਬਚ ਜਾਣਗੇ ਤੇ ਜਿਹੜਾ ਸਰੀਰ ਜਲਿਆ ਮੈਂ ਇਲਾਜ ਵੀ ਕਰਾ ਲਵਾਂਗਾ। ਸਾਰੇ ਕੰਮ ਰਾਸ ਆ ਜਾਵਣਗੇ, ਵੱਡਾ ਦਾਜ ਵੀ ਮਿਲੇਗਾ, ਵੱਡਾ ਨਾਮ ਵੀ ਹੋਵੇਗਾ, ਬਾਦਸ਼ਾਹ ਸਲਾਮਤ ਨਾਲ ਨੇੜਤਾ ਵੀ ਹੋ ਜਾਏਗੀ। ਉਹ ਤੇ ਆਪ ਸਹਿਨਸ਼ਾਹਾਂ ਦੇ ਸਹਿਨਸ਼ਾਹ, ਉਹਨਾਂ ਨੂੰ ਕਿਸੇ ਦੀ ਕੀ ਲੋੜ ਪਈ ਹੋਈ। ਪਰ ਇਹ ਮੂਰਖ ਨਹੀਂ ਸਮਝ ਰਿਹਾ। ਸੁਲਹੀ ਸੁਲਭੀ ਪ੍ਰਿਥਿਆ ਮਰਿਓ, ਆਖਣ ਲੱਗਾ ਇਸ ਤਰ੍ਹਾਂ ਸੁਲਭੀ ਖਾਨ, ਸੁਲਹੀ ਖਾਨ ਪ੍ਰਿਥਿਆ ਆਦਿਕ ਮਰ ਗਏ ਹਨ। ਕਰੇ ਜਤਨ ਤੂੰ ਹਾਥ ਨ ਪਰਿਓ, ਬੜਾ ਯਤਨ ਕੀਤਾ ਸੁਲਹੀ ਖਾਨ ਨੇ, ਸੁਲਭੀ ਖਾਨ ਨੇ, ਜਿਨ੍ਹਾਂ ਨੂੰ ਪ੍ਰਿਥਿਆ ਚੜਾ ਕੇ ਲਿਆਇਆ ਸੀ, ਪਰ ਤੁਸੀਂ ਉਹਨਾਂ ਦੇ ਕਾਬੂ ਨਹੀਂ ਆਏ। ਚਾਹਤ ਗਾਏ ਮਰ ਪੂਜੀ ਨ ਆਸਾ, ਉਹ ਤੁਹਾਨੂੰ ਮਾਰਨ ਦੀ ਚਾਹਤ ਵਿੱਚ ਖੁਦ ਮਰ ਗਏ, ਉਹਨਾਂ ਦੀ ਤੁਹਾਨੂੰ ਮਾਰਨ ਦੀ ਆਸ ਪੂਰੀ ਨਹੀਂ ਹੋਈ। ਮੈਂ ਅਬ ਕਰਹੁ ਤੋਰ ਬਿਨਾਸਾ, ਪਰ ਮੈਂ ਤੁਹਾਡਾ ਵਿਨਾਸ਼ ਕਰ ਦੇਵਾਂਗਾ ਖਾਨਦਾਨ ਸਮੇਤ। ਕਿਸ ਬਲ ਕੇ ਭਰੋਸ ਔਰ ਭੂਲਾ, ਔਰ ਇਸ ਤਰ੍ਹਾਂ ਕਿਹੜੇ ਬਲ ਦਾ ਹੈ ਤੁਹਾਨੂੰ ਭਰੋਸਾ ਜਿਹੜਾ ਭੁੱਲੇ ਹੋਏ ਹੋ? ਮੇਰੇ ਕੋਲ ਇੰਨਾ ਬਲ ਹੈ, ਤੁਹਾਡੇ ਕੋਲ ਕਿਹੜਾ ਬਲ ਹੈ? ਸਮ ਮਮ ਸਮ ਬਲੀ ਕੇਰ ਪ੍ਰਤਕੂਲਾ, ਜਿਹੜਾ ਮੇਰੇ ਵਰਗੇ ਬਲਵਾਨ, ਮੇਰੇ ਵਰਗੇ ਦੀਵਾਨ, ਮੇਰੇ ਵਰਗੇ ਰਾਜਸੀ ਬੰਦੇ, ਧਨਾੜ ਬੰਦੇ ਦੇ, ਬਲਸ਼ਾਲੀ ਬੰਦੇ ਦੇ ਤੁਸੀਂ ਅਨੁਕੂਲ ਨਹੀਂ ਹੋ ਰਹੇ। ਕਹਿਬੋ ਅਹ ਸੋ ਕੋ ਅਬ ਸਮੋ, ਔਰ ਇਸ ਤਰ੍ਹਾਂ ਦੇ ਨਾਲ ਕਹਿਬੋ ਅਹ ਸੋ ਕੋ ਅਬ ਸਮੋ, ਜੋ ਹੁਣ ਕਹਿਣਾ, ਜੇ ਮੇਰੀ ਗੱਲ ਮੰਨਣੀ ਤੇ ਮੰਨ ਲਓ, ਅਜੇ ਸਮਾਂ ਹੈਗਾ ਹੈ। ਜਬ ਲਗ ਮੈਂ ਬੂਝਤ ਕਰ ਛਿਮੋ, ਔਰ ਇਸ ਤਰ੍ਹਾਂ ਦੇ ਨਾਲ ਜਦੋਂ ਲਗ ਮੈਂ ਬੂਝਤ ਕਰ ਸਿਮੋ, ਜਿੰਨਾ ਚਿਰ ਮੈਂ ਪੁੱਛ ਰਿਹਾ ਉਹਨਾਂ ਚਿਰ ਤੱਕ ਮੈਂ ਮਾਫ ਕਰ ਦੇਵਾਂ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ। ਕਰੋੜਾਂ ਜੀਵ ਬ੍ਰਹਮੰਡਾਂ ਦੇ ਆਪਣੇ ਗੁਨਾਹਾਂ ਦੀ ਮਾਫੀ ਗੁਰੂ ਅਰਜਨ ਦੇਵ ਜੀ ਕੋਲੋਂ ਮੰਗਦੇ। ਇਹ ਕਿੰਨਾ ਹੰਕਾਰੀ ਹੈ, ਕਿਤਨੀ ਮੂਰਖਤਾ ਨਾਲ ਭਰਿਆ ਹੋਇਆ ਹੈ, ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਕਹਿ ਰਿਹਾ ਮੈਂ ਤੁਹਾਨੂੰ ਮਾਫ ਕਰ ਦੇਵਾਂ। ਦੇਖੋ ਕਿਤਨਾ ਅਗਿਆਨਤਾ ਨਾਲ ਇਹਦੇ ਹਿਰਦੇ ਵਿੱਚ ਹਨੇਰਾ ਹੋਇਆ ਹੋਇਆ ਹੈ। ਸ੍ਰੀ ਅਰਜਨ ਸੁਨ ਕਰ ਸਭ ਸਰੋਣਾ, ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਆਪਣੇ ਸਰਵਣਾ ਨਾਲ ਸੁਣ ਕੇ ਬੋਲੇ ਬਾਕ ਜਿਨਹੂ ਕਿਤ ਪੋਨਾ, ਐਸੇ ਨਿਰਭੈਤਾ ਦੇ ਬੋਲ ਕਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਅਬ ਹਮਰਾ ਵੀ ਚਹ ਸਨਾਨ, ਮਹਾਰਾਜ ਕਹਿਣ ਲੱਗੇ ਅਸੀਂ ਹੁਣ ਰਾਵੀ ਤੇ ਜਾ ਕੇ ਇਸ਼ਨਾਨ ਕਰਨਾ ਚਾਹੁੰਦੇ। ਇਹ ਬੋਲ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਆਖੇ ਹਨ। ਸੇਵਕ ਪੰਚ ਸੰਗ ਦੇਹੁ ਜਾਨ, ਇਹ ਜਿਹੜੇ ਸਾਡੇ ਸੇਵਕ ਨੇ ਪੰਜ ਸਿੱਖ, ਇਹਨਾਂ ਨੂੰ ਵੀ ਸਾਡੇ ਨਾਲ ਜਾਣ ਦਿਓ। ਪੰਜ ਦਿਵਸ ਬੀਤੇ ਇਸ ਭਾਂਤੀ, 5 ਦਿਨ ਸਜ਼ਾ ਸਹਿੰਦਿਆਂ ਹੋਇਆਂ ਲੰਘ ਗਏ ਹਨ। ਦਈ ਸਜਾਏ ਅਗਨ ਸਮਤਾਤੀ, ਔਰ ਇਸ ਤਰ੍ਹਾਂ ਦੇ ਨਾਲ
ਬਹੁਤ ਵੱਡੀ ਸਜ਼ਾ ਅੱਗ ਵਾਂਗੂ ਤਪਦੀ ਹੋਈ ਤੂੰ ਸਾਨੂੰ ਦਿੱਤੀ ਹੈ। ਪਾਵਨ ਤਨੇ ਪੁਨਹ ਜਿਮ ਕਰੈ, ਔਰ ਇਸ ਤਰ੍ਹਾਂ ਦੇ ਨਾਲ ਪਾਵਨ ਤਨੇ ਪੁਨਹ ਜਿਮ ਕਰੈ। ਇੱਕ ਵਾਰੀ ਅਸੀਂ ਇਸ਼ਨਾਨ ਕਰ ਲਈਏ, ਸਾਨੂੰ ਪਤਾ ਹੈ ਜੋ ਕੁਝ ਤੂੰ ਕਰਨਾ ਹੈ। ਨਿਸਚਲ ਮਤ ਕਰ ਨਿਸਚੇ ਧਰੈ, ਔਰ ਬੜੀ ਅਡੋਲ ਮਤ ਹੈ ਸਾਡੀ ਤੇ ਅਸੀਂ ਨਿਸ਼ਚੇ ਨਾਲ ਕਹਿ ਰਹੇ ਹਾਂ। ਸੁਨ ਕਰ ਦੁਸ਼ਟ ਰਿਦੇ ਹਰ ਖਾਇਓ। ਜਦ ਸਾਹਿਬ ਜੀ ਨੇ ਇਹ ਗੱਲ ਆਖੀ ਤਾਂ ਬੜਾ ਖੁਸ਼ ਹੋਇਆ। ਆਖਿਆ ਲੈ, ਪਹਿਲਾਂ ਪਤਾ ਹੁੰਦਾ ਤਾਂ ਪਹਿਲਾਂ ਹੀ ਗਊ ਦੇ ਚਮੜੇ 'ਚ ਮੜਨ ਦੀ ਗੱਲ ਕਰ। ਹੁਣ ਇਸ ਗੱਲ ਤੋਂ ਡਰ ਗਏ ਤੇ ਹੁਣ ਮੇਰੀ ਗੱਲ ਮੰਨ ਲੈਣਗੇ, ਇਸ ਲਈ ਆਪਣੇ ਸਰੀਰ ਨੂੰ ਠੰਡਾ ਕਰਨਾ ਚਾਹੁੰਦੇ ਹਨ ਅੱਗ ਦੇ ਸੇਕ ਤੋਂ। ਧਰਮ ਬਿਨਾਸਨ ਤੇ ਡਰ ਪਾਇਓ। ਧਰਮ ਜਾਂਦਾ ਦੇਖ ਕੇ ਇਹ ਡਰ ਗਏ ਹਨ। ਅਬ ਇਹ ਮਾਨ ਲਏ ਹੈ ਨਾਤਾ। ਤੇ ਹੁਣ ਮੈਨੂੰ ਲੱਗਦਾ ਹੈ ਵੀ ਮੇਰਾ ਨਾਤਾ, ਮੇਰਾ ਰਿਸ਼ਤਾ ਇਹਨਾਂ ਨੇ ਮੰਨ ਲੈਣਾ ਹੈ। ਸੀਤਲ ਗਾਤ ਹੋਏ ਜਲ ਨਾਤਾ। ਔਰ ਜਲ ਦੇ ਵਿੱਚ ਨਹਾਉਣ ਨਾਲ ਸਰੀਰ ਠੰਡਕ ਮਹਿਸੂਸ ਕਰੇਗਾ। ਛਾਲੇ ਪਏ ਹੋਏ ਨੇ, ਚਰਨ ਜਲੇ ਹੋਏ ਨੇ, ਔਰ ਇਸ ਢੰਗ ਦੇ ਨਾਲ ਇਹ ਹੁਣ ਮੇਰਾ ਨਾਤਾ ਪ੍ਰਵਾਨ ਕਰ ਲੈਣਗੇ। ਹਿਮ ਵਿਚਾਰ ਕਹਿ ਜਾਏ ਸਨਾਨ ਹੋ। ਤੇ ਮਨ ਵਿੱਚ ਬੜਾ ਖੁਸ਼ ਹੋਇਆ ਤੇ ਆਖਣ ਲੱਗਾ ਹੁਣ ਜਾਓ ਫਿਰ ਇਸ਼ਨਾਨ ਕਰ ਲਵੋ। ਮਨ ਵਿੱਚ ਸੋਚਦਾ ਵੀ ਮੇਰੇ ਆਖੇ ਲੱਗ ਗਏ ਹਨ। ਬਚ ਹੈ ਪ੍ਰਾਨ ਕਹਿ ਬੋ ਮਨ ਮਾਨੋ। ਤੇ ਤੁਹਾਡੇ ਪ੍ਰਾਣਾਂ ਦੀ ਮੈਂ ਰਾਖੀ ਕਰਦਾ ਹਾਂ, ਪ੍ਰਾਣ ਛੱਡ ਦਿੱਤੇ ਹਨ, ਭਾਵ ਬਖਸ਼ ਦਿੱਤਾ ਹੈ, ਐਸਾ ਸੋਚਦਾ ਹੈ। ਤੇ ਜੋ ਆਖੋਗੇ ਉਹ ਮੈਂ ਮੰਨ ਲਵਾਂਗਾ। ਦਸ ਕਿਸੀ ਪਾਹੀ ਕਰ ਸਬਦਾਨੋ। ਪਰ ਫੇਰ ਵੀ ਨਾਲ ਅੰਦਰ ਥੋੜਾ ਜਿਹਾ ਇਹਦੇ ਤੌਖਲਾ ਵੀ ਹੈ। ਭਾਵੇਂ ਵਿਸ਼ਵਾਸ ਕਰ ਬੈਠਾ, ਪਰ ਫੇਰ ਵੀ 10 ਕੁ ਸਿਪਾਹੀ ਨਾਲ ਕਰ ਦਿੱਤੇ ਵੀ ਕਿਤੇ ਇੱਧਰ ਉੱਧਰ ਨਾ ਹੋ ਜਾਵਣ। ਖੜਗ ਸਿਪਰ ਗਹਿ ਸੰਗ ਪਿਆਨੋ। ਉਹਨਾਂ 10-15 ਸਿਪਾਹੀਆਂ ਨੂੰ ਕਿਹਾ ਢਾਲਾਂ ਤੇ ਤਲਵਾਰਾਂ ਨਾਲ ਲੈ ਕੇ ਪੂਰੇ ਪਹਿਰੇ ਵਿੱਚ ਇਹਨਾਂ ਨੂੰ ਦਰਿਆ ਰਾਵੀ ਤੱਕ ਲੈ ਜਾਓ। ਆਪਣੀ ਦ੍ਰਿਸ਼ਟ ਤਰੇ ਇਸ ਰਾਖੋ। ਆਪਣੀ ਨਜ਼ਰ ਸਾਨੀ ਵਿੱਚ ਰੱਖੋ, ਦੂਰ ਨਹੀਂ ਹੋਣ ਦੇਣਾ। ਬਹਿਰ ਕਿਸੂ ਢਿਗ ਕਛੂ ਨਾ ਪਾਖੋ। ਤੇ ਬਾਹਰ ਕਿਸੇ ਨਾਲ ਕੋਈ ਜ਼ਿਕਰ ਸਾਂਝਾ ਨਹੀਂ ਕਰਨਾ ਵੀ ਕੀ ਹੁੰਦਾ ਪਿਆ ਹੈ। ਇਤ ਉਤ ਦੂਰ ਨਾ ਜਾਣੇ ਦੇਹੋ। ਦੂਰ ਨਹੀਂ ਜਾਣਾ, ਨਾ ਇਹਨਾਂ ਨੂੰ ਇੱਧਰ ਉੱਧਰ ਦੂਰ ਕਿਤੇ ਜਾਣ ਦੇਣਾ, ਨਾ ਕਿਸੇ ਨਾਲ ਮਿਲਣ ਦੇਣਾ ਹੈ। ਰਾਵੀ ਤੀਰ ਸਥਿਰ ਥਾਲਿਓ। ਔਰ ਰਾਵੀ ਦਰਿਆ ਦੇ ਕੰਢੇ ਸਥਿਰ ਹੋ ਕੇ ਖੜੇ ਹੋ ਕੇ ਦੇਖਦੇ ਰਹੋ। ਅਪਰ ਗਰੀ ਤੇ ਕਹਿ ਹਟਕਾਵੋ। ਹੋਰ ਕਿਸੇ ਗਲੀ ਵੱਲ ਨਾ ਜਾਣ, ਸਿੱਧਾ ਦਰਿਆ ਰਾਵੀ ਤੇ ਲੈ ਜਾਓ। ਮੱਜਤ ਬੈਠਤ ਕੁਛ ਨਾ ਅਲਾਵੋ। ਇਹਨਾਂ ਨੂੰ ਨਹਾਉਣ ਦਿਓ, ਇਸ਼ਨਾਨ ਕਰਨ ਦਿਓ ਤੇ ਕੁਛ ਵੀ ਆਪਣੀ ਜ਼ਬਾਨ ਤੋਂ ਨਹੀਂ ਆਖਣਾ। ਇਤ ਦਿਸ ਲਿਆਵੋ ਰਹੋ ਪਿਛਾਰੀ। ਫੇਰ ਜਦ ਨਹਾ ਲੈਣ, ਜਿੰਨਾ ਚਿਰ ਪਾਣੀ ਵਿੱਚ ਬੈਠਣਾ ਬੈਠ ਲੈਣ, ਫਿਰ ਮੁੜ ਕੇ ਇੱਥੇ ਲੈ ਆਉਣਾ। ਸਿੱਖਣ ਜੁਤ ਇਸ ਰੱਖੋ ਅਗਾਰੀ। ਤੇ ਸਿੱਖ ਵੀ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਨੇ ਤੇ ਇਹਨਾਂ ਨੂੰ ਵੀ ਆਪਣੇ ਤੋਂ ਅੱਗੇ ਰੱਖਣਾ, ਭਾਵ ਪੂਰੀ ਨਜ਼ਰਸਾਨੀ ਰੱਖਣੀ ਹੈ। ਹਿਮ ਕਹਿ ਕੀਨ ਕਨੀ ਤਕਰਾਈ। ਇਸ ਤਰ੍ਹਾਂ ਦੇ ਨਾਲ ਕਹਿ ਕੇ ਚੰਗੀ ਤਰ੍ਹਾਂ ਇਸਨੇ ਤਕੜਾਈ ਕਰ ਲਈ। ਸਮਝ ਲਿਆ ਵੀ ਹੁਣ ਠੀਕ ਹੈ, ਨਹਾ ਲੈਣ, ਫਿਰ ਮੇਰੀ ਗੱਲ ਤਾਂ ਹੁਣ ਇਹਨਾਂ ਮੰਨ ਨਹੀਂ ਲਈ ਹੈ, ਕਿਉਂਕਿ ਮੈਂ ਆਖਰੀ ਚਾਲ ਚੱਲ ਬੈਠਾ ਹਾਂ। ਸੁਨ ਖਾਲ ਤੇ ਚੱਲ ਪਰੇ ਗੁਸਾਈ। ਮੂਰਖ ਕੋਲੋਂ ਇਹ ਗੱਲਾਂ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਿੱਖਾਂ ਦੇ ਮੋਢਿਆਂ ਤੇ ਹੱਥ ਰੱਖ ਕੇ, ਕਿਉਂਕਿ ਚਰਨ ਤੇ ਜ਼ਮੀਨ ਤੇ ਲੱਗ ਹੀ ਨਹੀਂ ਸਕਦੇ, ਬੜੀ ਮੁਸ਼ਕਲ ਨਾਲ ਆਪ ਰਾਵੀ ਵੱਲ ਨੂੰ ਚੱਲ ਪਏ ਹਨ। ਪਰੇ ਫਲੂਹੇ ਸਰਬ ਸਰੀਰ। ਸਾਰੇ ਹੀ ਸਰੀਰ ਤੇ ਮੋਟੇ ਮੋਟੇ ਛਾਲੇ ਪਏ ਹੋਏ ਹਨ ਤੇ ਚਰਨ ਜਲੇ ਹੋਏ ਹਨ। ਛਾਦ ਚਾਦਰੇ ਦੀਰਗ ਚੀਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਡੇ ਚਾਦਰੇ ਨਾਲ
ਆਪਣੇ ਸਰੀਰ ਨੂੰ ਢੱਕਿਆ ਹੈ। ਧਰਵਾ ਚਰਨ ਜਰੇ ਬਿਨਣ ਹੋਏ। ਚਰਨ ਵੀ ਸਾਰੇ ਜਲੇ ਹੋਏ ਹਨ ਤੇ ਉੱਪਰਲੇ ਪਾਸੇ ਚਰਨਾਂ ਦੇ ਹੇਠੋਂ ਸਾਰੀਆਂ ਤਲੀਆਂ ਜਲੀਆਂ ਹੋਈਆਂ ਹਨ ਤੇ ਉੱਪਰੋਂ ਛਾਲੇ ਪਏ ਹੋਏ ਹਨ। ਸਨੈ ਸਨੈ ਧਰ ਪਰ ਧਰ ਜੋਏ। ਹੌਲੀ ਹੌਲੀ ਜ਼ਮੀਨ ਤੇ ਪੈਰ ਰੱਖਦੇ ਹੋਏ ਨਿਕਟ ਪਿਰਾਣਾ ਸੇਵਕ ਹੇਰਾ। ਤੇ ਨੇੜੇ ਦੇਖਿਆ ਉਹਨਾਂ ਨੇ ਆਪਣੇ ਸੇਵਕ ਭਾਈ ਪਿਰਾਣਾ ਜੀ ਨੂੰ। ਕਹਿਓ ਸਿਕੰਦ ਚਲੇ ਤਿਸ ਬੇਰਾ। ਔਰ ਉਹਨਾਂ ਦਾ ਮੋਢੇ ਤੇ ਮਹਾਰਾਜ ਜੀ ਨੇ ਆਪਣਾ ਹੱਥ ਰੱਖ ਲਿਆ, ਆਪਣੀ ਕੂਹਣੀ ਰੱਖ ਲਈ ਤੇ ਹੌਲੀ ਹੌਲੀ ਨਾਲ ਨਾਲ ਚੱਲ ਪਏ ਹਨ। ਸਲਤਾ ਦਿਸ ਛੋਟੀ ਇੱਕ ਮੋਰੀ। ਉਸ ਵੇਲੇ ਦਰਿਆ ਰਾਵੀ ਕਿਲੇ ਦੇ ਨਾਲ ਹੀ ਚੱਲਦਾ ਹੋਵੇ, ਉਸ ਪਾਸੇ ਇੱਕ ਛੋਟੀ ਮੋਰੀ, ਵੱਡਾ ਗੇਟ ਨਹੀਂ, ਛੋਟਾ ਦਰਵਾਜ਼ਾ ਹੈ ਨਿਕਲਣ ਦਾ। ਗਮਨਤ ਨਿਕਸੇ ਗੁਰੂ ਤਿਸ ਓਰੀ। ਸਿਪਾਹੀ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਇਸ ਪਾਸਿਓਂ ਦੀ ਨਿਕਲੇ ਹਨ। ਕੋ ਨਰ ਪਿਖ ਠਾਨਤ ਨਾਮੋ। ਇੱਕ ਦੋ ਬੰਦਿਆਂ ਨੇ ਦੇਖਿਆ ਤੇ ਸਮਝਿਆ ਵੀ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਨੇ ਸੀਸ ਝੁਕਾਇਆ, ਨਮਸਕਾਰ ਕੀਤੀ। ਇੱਕ ਦੋ ਲੋਕਾਂ ਨੇ ਦੇਖਿਆ ਹੈ ਲਾਲ ਬਰਣ ਮੁਖ ਕੋ ਤਿਹ ਸਮੋ। ਔਰ ਇਸ ਤਰ੍ਹਾਂ ਦੇ ਨਾਲ ਸਾਰਾ ਸਰੀਰ ਜਲ ਕੇ ਲਾਲ ਸੁਰਖ ਹੋਇਆ ਹੋਇਆ ਤੇ ਚਿਹਰੇ ਤੇ ਵੀ ਨਾਮ ਦੀ ਲਾਲੀ ਦਿਖਾਈ ਪੈ ਰਹੀ ਹੈ। ਭੋਜਨ ਕੀਓ ਨਾ ਪੀਓ ਨ ਪਾਨੀ। ਸਰੀਰ ਇਸ ਲਈ ਕਮਜ਼ੋਰ ਦਿਖ ਰਿਹਾ ਕਿਉਂਕਿ ਨਾ 5 ਦਿਨਾਂ ਤੋਂ ਭੋਜਨ ਕੀਤਾ ਹੈ, ਨਾ ਪਾਣੀ ਪੀਤਾ ਹੈ, ਨਾ ਆਰਾਮ ਕੀਤਾ ਹੈ, ਬਸ ਤਸੀਹੇ ਹੀ ਤਸੀਹੇ ਸਹੇ ਹਨ। ਦੁਰਬਲ ਤਨ ਸਜਾਏ ਖਲ ਠਾਨੀ। ਔਰ ਇਸ ਤਰ੍ਹਾਂ ਦੇ ਨਾਲ ਦੁਰਬਲ ਤਨ ਸਜਾਏ ਖਲ ਠਾਣੀ, ਸਜਾਵਾਂ ਦੇ ਦੇ ਕੇ ਮਹਾਰਾਜ ਜੀ ਦਾ ਤਨ ਜਲਾ ਦਿੱਤਾ ਹੈ ਔਰ ਇੰਜ ਲੱਗ ਰਿਹਾ ਜਿਵੇਂ ਬਹੁਤ ਦੁਰਬਲਤਾ ਆਈ ਹੋਈ ਹੈ। ਹੇਰ ਹੇਰ ਨਰ ਔਰ ਬਿਸਮਾਵੈ। ਜਿਹੜਾ ਦੇਖਦਾ ਉਹ ਹੈਰਾਨ ਰਹਿ ਜਾਂਦਾ ਹੈ। ਕਿਆ ਇਨ ਦਸਾ ਭਈ ਗੁਰ ਜਾਵੈ। ਪਤਾ ਨਹੀਂ ਕੀ ਹਾਲ ਇਸ ਦੁਸ਼ਟ ਨੇ ਕੀਤਾ ਹੈ ਜੋ ਮਹਾਰਾਜ ਇਸ ਤਰ੍ਹਾਂ ਭਾਈ ਪਿਰਾਣਾ ਜੀ ਦੇ ਮੋਢੇ ਦਾ ਸਹਾਰਾ ਲੈ ਕੇ ਚੱਲਦੇ ਪਏ ਹਨ। ਹਾਂਜੀ, ਚਿਤ ਕੀ ਬ੍ਰਿਤ ਏਕ ਰਸ ਤੈਸੇ। ਪਰ ਉਹਨਾਂ ਦਾ ਹਿਰਦਾ ਬਿਲਕੁਲ ਇੱਕ ਰਸਤਾ ਵਾਲਾ ਹੈ, ਇੱਕ ਰਸ ਬਣਿਆ ਹੋਇਆ ਹੈ, ਉਹੀ ਆਨੰਦ ਮਸਤਕ ਤੇ ਡਲਕ ਰਿਹਾ ਹੈ ਔਰ ਉਹਨਾਂ ਦੇ ਮਨ ਵਿੱਚ ਕੋਈ ਸੋਗ ਆਦਿਕ ਨਹੀਂ ਹੈ, ਕਸ਼ਟ ਨਹੀਂ ਹੈ। ਨਿਜਾਨੰਦ ਮੈਂ ਪੂਰਬ ਜੈਸੇ। ਪਹਿਲਾਂ ਹੀ ਆਪਣੇ ਆਨੰਦ ਚਿਤ ਅਵਸਥਾ ਵਿੱਚ ਹਨ, ਸਤ ਚਿਤ ਆਨੰਦ ਅਵਸਥਾ ਹੈ। ਤਨ ਪੀਰਾ ਤੇ ਡਿਗੀ ਨਾ ਸੋਈ। ਤਨ ਤੇ ਭਾਵੇਂ ਕਿਤਨੀ ਪੀੜਾ ਹੈ ਪਰ ਉਹ ਅਵਸਥਾ ਗਈ ਨਹੀਂ ਹੈ। ਮੇਰ ਹਿਲਾਏ ਨਾ ਜਿਮ ਨਰ ਕੋਈ। ਜਿਵੇਂ ਕੋਈ ਮਨੁੱਖ ਵੱਡੇ ਪਹਾੜ ਨੂੰ ਹਿਲਾ ਨਹੀਂ ਨਾ ਸਕਦਾ, ਇਸ ਤਰ੍ਹਾਂ ਜ਼ੁਲਮਾਂ ਦਾ ਪਹਾੜ ਢਾਇਆ ਪਰ ਸਤਿਗੁਰੂ ਜੀ ਦੇ ਭਰੋਸੇ ਰੂਪੀ ਪਹਾੜ ਨੂੰ, ਆਨੰਦ ਰੂਪੀ ਪਹਾੜ ਨੂੰ ਨਹੀਂ ਹਿਲਾ ਸਕਿਆ। ਸਨਾ ਸਨਾ। ਇਸ ਢੰਗ ਦੇ ਨਾਲ ਹੌਲੀ ਹੌਲੀ ਮਹਾਰਾਜ ਰਾਵੀ ਦੇ ਕਿਨਾਰੇ ਤੱਕ ਪਹੁੰਚੇ ਹਨ। ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬਾਕੀ ਵਿਚਾਰ ਕੱਲ ਸਮੇਂ ਨਾਲ ਆਪ ਜੀ ਨਾਲ ਸਾਂਝੀ ਕਰਾਂਗੇ, ਆਪ ਸਾਰੇ ਸਰਵਣ ਕਰੋਗੇ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ। ਕੱਲ ਤੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ, ਸਤ ਸਤ ਨਮਨ ਕਰਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਚੱਲ ਰਿਹਾ, ਜੋ ਅੱਜ ਸਾਰੀ ਰਾਤ ਵੀ ਚੱਲਦਾ ਰਹੇ ਤੇ ਕੱਲ ਸਵੇਰੇ ਜੋ ਹੈ ਉਸ ਦੀ ਸਮਾਪਨਤਾ ਹੋਵੇਗੀ। ਉਸ ਤੋਂ ਬਾਅਦ ਫਿਰ ਦੀਵਾਨ ਸਜਣਗੇ। ਇਹ ਦੀਵਾਨ ਤੁਸੀਂ ਇਸ ਤਰ੍ਹਾਂ ਕਹਿ ਲਓ ਬਈ ਇੱਕ ਤਰ੍ਹਾਂ ਦੇ ਨਾਲ ਇਹ ਦੀਵਾਨ ਹੋਣਗੇ, ਕਿਉਂਕਿ ਸੰਗਤਾਂ ਨੂੰ ਬੁਲਾਇਆ ਨਹੀਂ ਗਿਆ। ਲਾਕਡਾਊਨ ਦੇ ਚਲਦਿਆਂ ਕਰੋਨਾ ਮਹਾਮਾਰੀ ਫੈਲੀ ਹੋਈ, ਸਰਕਾਰਾਂ ਆਪਣਾ ਬਲ ਲਾ ਰਹੀਆਂ ਹਨ, ਸਾਰੀ ਮਸ਼ੀਨਰੀ ਇਸ ਗੱਲ ਤੇ ਲੱਗੀ ਹੋਈ ਹੈ ਕਿ ਇਕੱਠ ਨਾ ਹੋਵੇ, ਲਾਗ ਨਾ ਲੱਗ ਜਾਏ। ਕਿਉਂਕਿ ਜੇ ਇੱਕ ਵੀ ਮਨੁੱਖ ਕਰੋਨਾ ਸੰਕਰਮਿਤ ਆ ਜਾਵੇ
ਤੇ ਫਿਰ ਬਾਕੀਆਂ ਦੀ ਜਾਨ ਲਈ ਵੀ ਖਤਰਾ ਬਣ ਸਕਦਾ। ਇਸ ਲਈ ਸੰਗਤਾਂ ਨੂੰ ਬੁਲਾਇਆ ਨਹੀਂ ਗਿਆ। ਇੱਕ ਤਰ੍ਹਾਂ ਨਾਲ ਇਹ ਦੀਵਾਨ ਹੋਣਗੇ, ਚੱਲਣਗੇ, ਮਰਿਆਦਾ ਨਿਭਾਈ ਜਾਏਗੀ। ਬਸ ਸਿੰਬੋਲਿਕ ਰੂਪ ਵਿੱਚ, ਸੰਕੇਤਕ ਰੂਪ ਵਿੱਚ ਗੁਰਪੁਰਬ ਸਾਹਿਬ ਮਨਾਏ ਜਾ ਰਹੇ ਹਨ। ਅਰਦਾਸ ਕਰੋ, ਹੇ ਪ੍ਰਭੂ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਓ ਉਬਾਰ। ਨਾਲੇ ਜਗਤ ਦੀ ਰਾਖੀ ਹੋਵੇ ਤੇ ਨਾਲੇ ਫਿਰ ਉਹ ਸਮਾਂ ਜਲਦੀ ਵਾਪਸ ਆਵੇ ਕਿ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਹੁੰਚ ਕੇ ਮਹਾਰਾਜ ਜੀ ਦੇ ਸ਼ੁਕਰਾਨੇ ਕਰੀਏ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵਲੈ। ਇਸ ਪਾਵਨ ਪਵਿੱਤਰ ਧਰਤੀ ਤੇ ਆਪਣਾ ਮਸਤਕ ਰੱਖ ਕੇ ਮਹਾਰਾਜ ਦੇ ਚਰਨ ਚੁੰਮ ਸਕੀਏ। ਮਹਾਰਾਜ ਐਸਾ ਸਮਾਂ ਜਲਦੀ ਲਿਆਵਾ। ਬਾਰੰਬਾਰ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ 2-3 ਮਿੰਟ ਜੋ ਬਚੇ ਹਨ ਮਿਲ ਕੇ ਸਾਰੇ ਜਣੇ ਵਾਹਿਗੁਰੂ ਮੰਤਰ ਦੇ ਜਾਪ ਨਾਲ ਜੁੜੀਏ। ਫਿਰ ਛੋਟੀ ਜਿਹੀ ਅਰਦਾਸ ਤੇ ਫਿਰ ਆਪ ਕੋਲੋਂ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।